प्यारे किसान भरावो, मेरा पिंड मेरे खेत प्रोग्राम में तुहाडा स्वागत है। अज बहुत एक अहम विषय पर गलबात करन जा रहे हाँ, गाजरां दी सफल काश्त किवें करिए। और इस विषय पर गलबात करन वास्ते साडे दरम्यान पहुँचे ने डॉक्टर तरसेम सिंह ढिल्लों, जो मुखी ने सब्जियां विभाग पंजाब एग्रीकल्चर यूनिवर्सिटी लुधियाना। सो ढिल्लों साहब, साडे प्रोग्राम में तुहाडा स्वागत है। सो सब तो पहला ढिल्लों साहब आपां गल करांगे कि मनुखी जीवन दे विच जो गाजरां ने इन्हां दी की अहमियत है, की महत्ता है। गाजरां दी जिहड़ी मैं कहना भी मनुखी जीवन दे विच बहुत ही वड्डी महत्ता है। जे आपां देखीए तां साडे जिहड़े देश दी टोटल जिहड़ी आबादी आ, इहदे विचों विटामिन ए दी जिहड़ी घाट आ बहुत वड्डे पੱਧਰ ਦੇ ਉੱਤੇ लोकां दे विच आ रही है। तकरीबन 65% लोकां विच विटामिन ए दी घाट आ। सो जिहड़ी कि विटामिन ए दी घाट दे नाल साडी अखां दी जिहड़ी रोशनी हो जांदी रहिंदी है। इस तो इलावा लोहे की घाट बड़े वड्डे पੱਧਰ ਦੇ ਉੱਤੇ, ਜਿਹਦੇ ਵਿੱਚ 5 ਸਾਲ ਤੋਂ ਜਿਹੜੇ ਛੋਟੇ ਬੱਚੇ 70% ਉਹਨਾਂ ਦੇ ਵਿੱਚ ਤੇ ਲੇਡੀ ਔਰਤਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਦੇ ਵਿੱਚ ਇਹਦੀ 55% ਦੇ ਵਿੱਚ ਲੋਹੇ ਦੀ ਘਾਟ ਆਮ ਪਾਈ ਜਾਂਦੀ ਹੈ। ਸੋ ਇਹਨਾਂ ਲੋਹੇ ਦੀ ਘਾਟ ਦੇ ਨਾਲ ਖੂਨ ਦੀ ਕਮੀ ਹੋ ਜਾਂਦੀ ਆ, ਫਿਰ ਅਨੀਮੀਆ ਹੋ ਜਾਂਦਾ। ਸੋ ਮੈਂ ਦੇਖਦਾ ਵੀ ਇਹਨਾਂ ਨਿਜ਼ਾਮਤਾਂ ਤੋਂ ਛੁਟਕਾਰਾ ਪਾਉਣ ਵਾਸਤੇ ਜਿਹੜੀ ਗਾਜਰ ਹੈ ਬਹੁਤ ਹੀ ਮਹੱਤਵਪੂਰਨ ਆ, ਕਿਉਂਕਿ ਇਹਦੇ ਵਿੱਚ ਵਿਟਾਮਿਨ ਜਿਹੜਾ ਬੀਟਾ ਕੈਰੋਟੀਨ ਆ ਉਹ ਵੀ ਹੁੰਦਾ ਵਾ, ਤੇ ਜਿਹੜੀਆਂ ਕਾਲੀਆਂ ਗਾਜਰਾਂ ਉਹਨਾਂ ਦੇ ਵਿੱਚ ਆਇਰਨ ਦੀ ਮਾਤਰਾ ਔਰ ਐਂਥੋਸਾਇਨਨ ਬਹੁਤ ਵੱਡੀ ਮਾਤਰਾ ਦੇ ਵਿੱਚ ਉਹ ਪਾਏ ਜਾਂਦੇ। ਜਿਵੇਂ ਡਾਕਟਰ ਢਿੱਲੋਂ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਿ ਗਾਜਰ ਜਿਹੜੀ ਆ ਉਹ ਵਾਕਿਆ ਗੁਣਾਂ ਦੀ ਗੁਥਲੀ ਆ। ਸੋ ਡਾਕਟਰ ਸਾਹਿਬ, ਜੇ ਗੱਲ ਕਰੀਏ ਕਿ ਪੰਜਾਬ ਦੇ ਸਾਡੇ ਕਿਸਾਨ ਭਰਾ ਜਿਹੜੇ ਨੇ ਆਪ ਖਾਣ ਵਾਸਤੇ ਕਾਫੀ ਲਾਉਂਦੇ ਵੀ ਆ ਵੈਸੇ, ਸੋ ਇਹਦੇ ਵਾਸਤੇ ਸਾਨੂੰ ਮੌਸਮ ਤੇ ਜ਼ਮੀਨ ਦੋ ਚੀਜ਼ਾਂ ਦਾ ਬਹੁਤ ਜ਼ਿਆਦਾ ਮਹੱਤਵ ਹੋ ਜਾਂਦਾ ਹੈ। ਜਦੋਂ ਅਸੀਂ ਇਹ ਤੋਂ ਵੱਧ ਪੈਦਾਵਾਰ ਲੈਣੀ ਆ ਤਾਂ ਤੁਸੀਂ ਕਿਹੋ ਜਿਹੀ ਜ਼ਮੀਨ ਚਾਹੀਦੀ ਆ, ਕਿਹੋ ਜਿਹਾ ਚੰਗਾ ਤੇ ਵਧੀਆ ਮੌਸਮ ਚਾਹੀਦਾ ਜਿਹਦੇ ਨਾਲ ਇਹਦਾ ਉਤਪਾਦਨ ਕਾਫੀ ਵਧੀਆ ਹੋਵੇ, ਇਹਦੇ ਬਾਰੇ ਜ਼ਰੂਰ। ਇਹ ਗਾਜਰ ਜਿਹੜੀ ਆ ਸਰਦੀ ਰੁੱਤ ਦੀ ਫਸਲ ਆ, ਤੇ ਇਹਦੀ ਜਿਹੜੀ ਵਧੀਆ ਪੈਦਾਵਾਰ ਲੈਣ ਵਾਸਤੇ ਇਹਦਾ ਵਧੀਆ ਜਦੋਂ ਅਸੀਂ ਬਿਜਾਈ ਕਰਦੇ ਹਾਂ ਜੰਮ ਹੋਣ ਵਾਸਤੇ ਸਾਨੂੰ 7 ਤੋਂ ਲੈ ਕੇ ਤਾਂ 24 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੇ ਦੀ ਜਿਹੜੀ ਅਸੀਂ ਬਿਜਾਈ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਇਹਦੇ ਵਾਧੇ ਵਾਸਤੇ ਸਾਨੂੰ ਫਿਰ 18 ਤੋਂ ਲੈ ਕੇ 24 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ, ਉਹਦੇ ਵਿੱਚ ਬਹੁਤ ਵਧੀਆ ਵਾਧਾ ਹੁੰਦਾ। ਤੇ 15 ਤੋਂ 20 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ ਦੇ ਵਿੱਚ ਇਹਦਾ ਰੰਗ ਬਹੁਤ ਬਣਦਾ, ਕਿਉਂਕਿ ਲਾਲ ਰੰਗ ਦੀ ਗਾਜਰ ਨੂੰ ਅਸੀਂ ਬਹੁਤ ਪਸੰਦ ਕਰਦੇ ਹਾਂ, ਤੇ ਇਹਦੇ ਵਾਸਤੇ ਬਹੁਤ ਹੀ ਤਾਪਮਾਨ ਹੋਣਾ ਬਹੁਤ ਜ਼ਰੂਰੀ ਆ। ਪਰ ਜਦੋਂ ਗਾਜਰਾਂ ਦਾ ਤਾਪਮਾਨ ਜ਼ਿਆਦਾ 30 ਡਿਗਰੀ ਸੈਂਟੀਗ੍ਰੇਡ ਦੇ ਤੋਂ ਉੱਤੇ ਤਾਪਮਾਨ ਹੋ ਜਾਂਦਾ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਕਿਤੇ ਲੇਟ ਬਿਜਾਈ ਕਰਦੇ ਫਿਰ ਇਹਦਾ ਰੰਗ ਨਹੀਂ ਬਣਦਾ, ਇਹ 'ਚ ਕੜੱਤਣ ਆ ਜਾਂਦੀ ਆ ਤੇ ਉਹ ਸਖਤ ਹੋ ਜਾਂਦੀ ਆ। ਤੇ ਦੂਸਰਾ ਤੁਸੀਂ ਗੱਲ ਕੀਤੀ ਹੈ ਜ਼ਮੀਨ ਵਾਸਤੇ, ਭਾਵੇਂ ਗਾਜਰਾਂ ਕਾਫੀ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਹੋ ਜਾਂਦੀਆਂ, ਪਰ ਵਧੀਆ ਝਾੜ ਲੈਣ ਵਾਸਤੇ, ਚੰਗੀ ਉਪਜ ਲੈਣ ਵਾਸਤੇ ਜਿਹੜੀ ਪੋਲੀ ਆ, ਮਹਿਰਾ ਜ਼ਮੀਨ ਆ, ਭੁਰਭੁਰੀ ਆ, ਉਹਦੇ ਵਿੱਚ ਗਾਜਰਾਂ ਦੀ ਕਾਸ਼ਤ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਉਹਦੀ ਵੀ ਜਿਹੜੀ ਪੀਐਚ ਅਸੀਂ ਆਨੇ ਆ ਵੀ 6.5 ਜਿਹਦੀ ਪੀਐਚ ਹੋਵੇ ਜ਼ਮੀਨ ਦੀ, ਉਹ ਬਹੁਤ ਇਹਦੇ ਵਾਸਤੇ ਵਧੀਆ ਮੰਨੀ ਜਾਂਦੀ ਆ। ਤੇ ਜਿਹੜੀਆਂ ਭਾਰੀਆਂ ਜ਼ਮੀਨਾਂ ਹੁੰਦੀਆਂ ਜ਼ਿਆਦੀਆਂ ਉਹਨਾਂ ਦੇ ਵਿੱਚ ਇਹਦੀ ਕਾਸ਼ਤ ਬਿਲਕੁਲ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹਨਾਂ ਦੇ ਵਿੱਚ ਸਖਤ ਹੋਣ ਕਰਕੇ ਇਹਨਾਂ ਦੀਆਂ ਜਿਹੜੀਆਂ ਵਾਧਾ ਨਹੀਂ ਜੜ੍ਹਾਂ ਦਾ ਚੰਗੀ ਤਰ੍ਹਾਂ ਹੁੰਦਾ ਤੇ ਉਹ ਜਿਹੜੀਆਂ ਗਾਜਰਾਂ ਉਹ ਪਾੜ ਜਾਂਦੀਆਂ। ਢਿੱਲੋਂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜ਼ਮੀਨ ਔਰ ਮੌਸਮ ਜੇ ਉਹ ਕਾਫੀ ਅਨੁਕੂਲ ਹੋਣ ਤੇ ਮੈਨੂੰ ਲੱਗਦਾ ਕਿ ਚੰਗਾ ਉਤਪਾਦਨ ਜਿਹੜਾ ਉਹ ਲਿਆ ਜਾ ਸਕਦਾ। ਸੋ ਤੁਸੀਂ ਦੇਖੋ, ਮੁਖੀ ਉਹ ਸਬਜ਼ੀਆਂ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ, ਤੇ ਸੁਭਾਵਿਕ ਹੈ ਕਿ ਜਿਵੇਂ ਕਣਕ ਝੋਨੇ ਦੇ ਵਿੱਚ ਤੁਸੀਂ ਬਹੁਤ ਜ਼ਿਆਦੀਆਂ ਵਰਾਇਟੀਆਂ ਕਿਸਮਾਂ ਜਿਹੜੀਆਂ ਨੇ ਉਹਦੀਆਂ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਦਿੱਤੀਆਂ ਨੇ। ਕੀ ਤੁਸੀਂ ਇਹ ਜਦੋਂ ਗਾਜਰਾਂ ਦੀ ਗੱਲ ਕਰਦੇ ਆ ਤੇ ਇਹਦੇ ਵਿੱਚ ਵੀ ਕੋਈ ਵੱਖਰੀਆਂ ਵੱਖਰੀਆਂ ਕਿਸਮਾਂ ਨੇ ਜਿਹੜੀਆਂ ਆਪਣੇ ਪੰਜਾਬ ਦੇ ਮੌਸਮ ਨੂੰ ਅਨੁਕੂਲ ਹੋਣ ਔਰ ਚੰਗਾ ਉਤਪਾਦਨ ਜਿਨ੍ਹਾਂ ਤੋਂ ਮਿਲ ਸਕੇ? ਗਾਜਰਾਂ ਦੇ ਵਿੱਚ ਅਸੀਂ ਵੱਖ-ਵੱਖ ਕਿਸਮਾਂ ਦੇ ਕੇ ਬਹੁਤ ਹੀ ਵੱਡੀ ਪ੍ਰਾਪਤੀ ਕੀਤੀ ਆ, ਜਿਹਦੇ ਵਿੱਚ ਅਸੀਂ ਇੱਕ ਪਹਿਲਾਂ ਜਿਹੜੀ ਕਿਸਮ ਦਿੱਤੀ ਸੀਗੀ ਪੰਜਾਬ ਕੈਰਟ ਰੈੱਡ। ਇਹ ਜਿਹੜੀ ਕਿਸਮ ਆ ਇਹਦੀਆਂ ਗਾਜਰਾਂ ਗੂੜੀਆਂ ਲਾਲ ਹੁੰਦੀਆਂ ਤੇ ਤਕਰੀਬਨ 25 ਤੋਂ 26 ਸੈਂਟੀਮੀਟਰ ਲੰਬੀਆਂ ਹੋ ਜਾਂਦੀਆਂ, ਤੇ 90 ਕੁ ਦਿਨ ਇਹਨਾਂ ਦੀ ਪਟਾਈ ਵਾਸਤੇ ਲੈਂਦੀਆਂ ਇਹ ਜਿਹੜੀ ਗਾਜਰਾਂ, ਤੇ ਇਹਦਾ ਤਕਰੀਬਨ 220 ਕੁਇੰਟਲ ਜਿਹੜਾ 1 ਏਕੜ ਦਾ ਝਾੜ ਆ ਉਹ ਨਿਕਲ ਆਉਂਦਾ। ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਹੋਰ ਨਵੀਂ ਕਿਸਮ ਦਿੱਤੀ ਹੈ ਲਾਲ ਗਾਜਰਾਂ ਦੇ ਵਿੱਚ PC 161 ਵੈਰਾਈਟੀ ਦਾ ਨਾਂ ਰੱਖਿਆ। ਉਹਦੀਆਂ ਜਿਹੜੀਆਂ ਗਾਜਰਾਂ ਆ ਉਹ ਬੜੀਆਂ
ਲੰਬੀਆਂ ਜਾਂਦੀਆਂ ਤੇ ਸਿੱਧੀਆਂ ਜਾਂਦੀਆਂ। ਸੋ ਉਹਨਾਂ ਦੀ ਜਿਹੜੀ ਲੰਬਾਈ ਵੀ ਆ ਤਕਰੀਬਨ 27-28 ਸੈਂਟੀਮੀਟਰ ਦੀ ਲੰਬਾਈ ਹੋ ਜਾਂਦੀ ਆ। ਉਹ ਵੀ ਤਕਰੀਬਨ 90 ਕੁ ਦਿਨਾਂ ਦੇ ਵਿੱਚ ਬਾਅਦ ਪਟਾਈ ਵਾਸਤੇ ਤਿਆਰ ਹੋ ਜਾਂਦੀਆਂ। ਉਹਨਾਂ ਦੀ ਜੂਸ ਦੀ ਮਾਤਰਾ ਵੀ ਕਾਫੀ ਉਹਦੇ ਵਿੱਚੋਂ ਚੰਗੀ ਨਿਕਲਦੀ ਆ ਤੇ ਮਿਠਾਸ ਵੀ ਉਹਨਾਂ ਦੇ ਵਿੱਚ ਚੰਗੀ ਆ, ਖਾਣ ਵਾਸਤੇ ਬਹੁਤ ਚੰਗੀਆਂ। ਉਹਨਾਂ ਦਾ ਤਕਰੀਬਨ 260 ਕੁਇੰਟਲ 1 ਏਕੜ ਦਾ ਝਾੜ ਸਾਨੂੰ ਮਿਲ ਜਾਂਦਾ। ਸੋ ਇਸ ਦੇ ਨਾਲ ਤੁਸੀਂ ਵੱਖ-ਵੱਖ ਕਿਸਮਾਂ ਦੀ ਗੱਲ ਕੀਤੀ ਆ। ਜਿਹੜੀ ਅਸੀਂ ਕਾਲੀ ਗਾਜਰ ਦੀ ਇੱਕ ਕਿਸਮ ਕੱਢੀ ਆ ਪੰਜਾਬ ਬਲੈਕ ਬਿਊਟੀ, ਉਹ ਸਾਡੀ ਪੰਜਾਬ ਦੀ ਪਹਿਲੀ ਕਿਸਮ ਆ ਇਸ ਰੰਗ ਦੇ ਵਿੱਚ। ਸੋ ਉਹਦਾ ਜਿਹੜਾ ਝਾੜ ਆ ਉਹ ਤਕਰੀਬਨ ਅਸੀਂ 200 ਕੁਇੰਟਲ 1 ਏਕੜ ਦੇ ਵਿੱਚੋਂ ਸਾਨੂੰ ਉਹਦਾ ਝਾੜ ਮਿਲ ਜਾਂਦਾ। ਪਰ ਉਹਦੀ ਵਿਲੱਖਣਤਾ ਇਹ ਆ ਵੀ ਉਹ ਜਿਹੜੀ ਆ ਉਹਦੇ ਵਿੱਚ ਸਾਡੇ ਕੋਲ ਦਵਾਈਆਂ ਦੇ ਵਾਸਤੇ ਆਪਣੇ ਵਰਤਣ ਵਾਸਤੇ ਉਹ ਬਹੁਤ ਹੀ ਵਧੀਆ ਕਿਸਮ ਹੈ, ਕਿਉਂਕਿ ਉਹਦੇ ਵਿੱਚ ਇੱਕ ਤਾਂ ਮੈਂ ਦੱਸਿਆ ਵੀ ਲੋਹੇ ਦੀ ਮਾਤਰਾ ਬੜੀ ਜ਼ਿਆਦਾ ਹੁੰਦੀ ਹੈ। ਨੰਬਰ 2 ਦੇ ਉੱਤੇ ਐਂਥੋਸਾਇਨਨ ਪਿਗਮੈਂਟ ਜਿਹੜਾ ਵਾ ਉਹ ਕਾਫੀ ਮਾਤਰਾ 'ਚ ਪਾਇਆ ਜਾਂਦਾ, ਕਿਉਂਕਿ ਐਂਥੋਸਾਇਨਨ ਪਿਗਮੈਂਟ ਉਹਦੇ 'ਚ ਜ਼ਿਆਦਾ ਹੋਣ ਕਰਕੇ ਉਹ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਫਨੋਲਸ ਵੀ ਉਹ 'ਚ ਜ਼ਿਆਦਾ ਪਾਏ ਜਾਂਦੇ ਆ। ਸੋ ਇਹ ਜਿਹੜੇ ਦੋਵੇਂ ਤੱਤ ਆ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਆ ਉਹ ਸ਼ਕਤੀ ਪੈਦਾ ਕਰਦੇ। ਬਿਲਕੁਲ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਆ ਛੋਟੇ ਕੁਝ ਤੱਤ ਅਸੀਂ ਇਹਨੇ ਕੈਲਸ਼ੀਅਮ ਉਹ ਵੀ ਕਾਫੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਤੇ ਇਹ ਜੂਸ ਬਣਾਉਣ ਵਾਸਤੇ ਬਹੁਤ ਚੰਗੀ ਆ। ਤੇ ਇਸ ਤੋਂ ਇਲਾਵਾ ਇਹਦੀ ਜਿਹੜੀ ਆ ਕਾਂਜੀ ਵੀ ਬਹੁਤ ਵਧੀਆ ਕਾਲੀ ਗਾਜਰ ਦੀ ਬਣਦੀ ਆ। ਤੇ ਇਸ ਤੋਂ ਹੋਰ ਅਸੀਂ ਰਿਆੜ ਸਾਹਿਬ ਇਸੇ ਪਿਛਲੇ ਸਾਲ ਦੇ ਵਿੱਚ ਹੀ ਅਸੀਂ ਗਾਜਰਾਂ ਦੀਆਂ 2 ਨਵੀਆਂ ਕਿਸਮਾਂ ਹੋਰ ਦਿੱਤੀਆਂ, ਕਿਉਂਕਿ ਅਸੀਂ ਜਿਵੇਂ ਹੁਣ ਮਾਹੌਲ ਚੱਲ ਗਿਆ ਵੀ ਵੱਖ-ਵੱਖ ਤਰ੍ਹਾਂ ਦਾ ਰੰਗਦਾਰ ਭੋਜਨ ਖਾਣਾ ਚਾਹੀਦਾ ਸਰੀਰ ਨੂੰ ਬਚਾਉਣ ਵਾਸਤੇ। ਉਹਦੇ ਵਿੱਚ ਅਸੀਂ ਇੱਕ ਜਾਮਨੀ ਰੰਗ ਦੀ ਗਾਜਰ ਦਿੱਤੀ ਆ, ਪੰਜਾਬ ਕੈਰਟ ਪਰਪਲ ਉਹਦਾ ਨਾਂ ਰੱਖਿਆ। ਸੋ ਉਹਦੇ ਵਿੱਚ ਖਾਸੀਅਤ ਇਹ ਆ ਵੀ ਉਹ ਬਾਹਰੋਂ ਉਹ ਆਪਣੇ ਜਾਮਨੀ ਰੰਗ ਦੀ ਆ ਤੇ ਜਿਹੜਾ ਉਹਦਾ ਵਿਚਲਾ ਹਿੱਸਾ ਵਾ ਉਹ ਹੈਗਾ ਵਾ ਔਰੰਜ ਕਲਰ ਦਾ। ਸੋ ਉਹਦੇ ਨਾਲ ਹੋਣ ਕਰਕੇ ਉਹਦੇ ਵਿੱਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਕਾਫੀ ਜ਼ਿਆਦਾ ਪਾਈ ਜਾਂਦੀ ਆ ਤੇ ਜਿਹੜਾ ਐਂਥੋਸਾਇਨਨ ਪਿਗਮੈਂਟ ਆ ਉਹ ਵੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਆ। ਸੋ ਉਹ ਜਿਹੜੀ ਕਿਸਮ ਸਾਡੀ ਆ ਉਹ ਵੀ ਸਲਾਦ ਵਾਸਤੇ, ਅਚਾਰ ਵਾਸਤੇ, ਖਾਣ ਵਾਸਤੇ ਬਹੁਤ ਵਧੀਆ ਵਾ। ਤੇ ਇਹ ਜਿਹੜੀ ਇੱਕ ਕੁਆਲਿਟੀ ਦੇ ਪੱਖੋਂ ਬੜੀ ਵਿਲੱਖਣਤਾ ਵਾ। ਇਹਦਾ ਤਕਰੀਬਨ 218 ਕੁਇੰਟਲ 1 ਏਕੜ ਦਾ ਝਾੜ ਨਿਕਲ ਆਉਂਦਾ। ਸੋ ਇਹਦੇ ਨਾਲ ਹੀ ਇੱਕ ਹੋਰ ਕਿਸਮ ਜਦੋਂ ਆਪਾਂ ਵੱਖ ਦੀ ਗੱਲ ਕੀਤੀ ਹੈ, ਅਸੀਂ ਜੈਲੋ ਰੰਗ ਦੀ ਪੀਲੇ ਰੰਗ ਦੀ ਕਿਸਮ ਕੱਢੀ ਆ, ਉਹਨੂੰ ਕਹਿੰਦੇ ਆ ਪੰਜਾਬ ਕੈਰਟ ਜੈਲੋ 2 ਨੰਬਰ ਉਹਦਾ ਨਾਂ ਰੱਖਿਆ। ਸੋ ਉਹ ਵੀ ਤਕਰੀਬਨ 90-92 ਦਿਨਾਂ ਦੇ ਵਿੱਚ ਪੱਟਣ ਵਾਸਤੇ ਤਿਆਰ ਹੋ ਜਾਂਦੀ ਆ। ਤੇ ਉਹਦੀ ਖਾਸੀਅਤ ਇਹ ਆ ਵੀ ਉਹ ਪੀਲੇ ਰੰਗ ਦੀ ਹੁੰਦੀ ਆ ਤੇ ਉਹਦੇ ਵਿੱਚ ਲਿਊਟਨ ਕੰਟੈਂਟ ਜਿਹੜਾ ਕਿ ਸਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਾਸਤੇ, ਰਟੀਨੇ ਨੂੰ ਸਗਾਤਾਰ ਕਾਇਮ ਰੱਖਣ ਵਾਸਤੇ ਬਹੁਤ ਹੀ ਜਿਹੜਾ ਉਹ ਤੱਤ ਪਾਇਆ ਜਾਂਦਾ। ਤੇ ਇਸ ਤੋਂ ਇਲਾਵਾ ਉਹਦੇ ਵਿੱਚ ਬੀਟਾ ਕੈਰੋਟੀਨ ਤੇ ਲਿਊਟਨ ਕੰਟੈਂਟ ਜਿਹੜਾ ਵਾ ਕਾਫੀ ਜ਼ਿਆਦਾ ਹੁੰਦਾ। ਤੇ ਇਹਦਾ ਤਕਰੀਬਨ ਇਹਦਾ ਵੀ ਸਾਨੂੰ 208-9 ਕੁਇੰਟਲ 1 ਏਕੜ ਦਾ ਝਾੜ ਮਿਲ ਜਾਂਦਾ। ਸੋ ਗਾਜਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਉਹਨਾਂ ਦੀ ਵੱਖ-ਵੱਖ ਉਪਜ ਲੈਣਾ ਸਾਡੀ ਇਹ ਬਹੁਤ ਯੂਨੀਵਰਸਿਟੀ ਦੀ ਵੱਡੀ ਪ੍ਰਾਪਤੀ। ਮੈਂ ਸਮਝਣਾ ਕਿ ਗਾਜਰਾਂ ਦੇ ਵਿੱਚ ਤੁਹਾਡੇ ਵਿਭਾਗ ਨੇ ਬਹੁਤ ਜ਼ਿਆਦੀਆਂ ਵੈਰਾਈਟੀਆਂ ਜਿਹੜੀਆਂ ਉਹ ਸਾਡੇ ਕਿਸਾਨ ਭਰਾਵਾਂ ਨੂੰ ਦਿੱਤੀਆਂ ਔਰ ਤੁਸੀਂ ਫਾਇਦੇ ਬਹੁਤ ਦੱਸੇ ਨੇ ਔਰ ਚੰਗੀ ਇਹਦਾ ਉਤਪਾਦਨ ਜਿਹੜਾ ਉਹ ਵੀ ਮਿਲ ਜਾਂਦਾ। ਸੋ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਮਾਂ ਹੈ ਉਹ ਗਾਜਰ ਲਾਉਣ ਦਾ ਔਰ ਦੂਸਰਾ ਜਿਹੜਾ ਇੱਕ ਅਹਿਮ ਸਵਾਲ ਆ ਉਹ ਬੀਜ ਦਾ, ਕਿਉਂਕਿ ਦੇਖੋ ਜੇ ਜ਼ਮੀਨ ਵਧੀਆ, ਸਮਾਂ ਵਧੀਆ ਤੇ ਇੱਕ ਬੀਜ ਵਧੀਆ ਮਿਲ ਜਾਵੇ ਤੇ ਮੈਂ ਸਮਝਣਾ ਕਿ ਬਹੁਤ ਜ਼ਿਆਦਾ ਔਰ ਵਧੀਆ ਉਤਪਾਦਨ ਔਰ ਚੰਗਾ ਤੇ ਚੋਖਾ ਮੁਨਾਫਾ ਜਿਹੜਾ ਇਹਦੇ ਚੋਂ ਕਮਾਇਆ ਜਾ ਸਕਦਾ ਹੈ। ਸੋ ਸਮੇਂ ਬਾਰੇ ਔਰ ਬੀਜ ਕਿੱਥੋਂ ਲਿਆ ਜਾਵੇ ਇਹਦੇ ਬਾਰੇ ਜ਼ਰੂਰ ਦੱਸ ਦਿਓ। ਵੇਖੋ ਜੀ, ਇਹਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਫਸਲ ਦੀ ਪ੍ਰਾਪਤੀ ਵਾਸਤੇ ਸਭ ਤੋਂ ਵਧੀਆ ਤਾਂ ਵੀ ਤਸੱਲੀ ਬਖਸ਼ ਬੀਜ ਮਿਲਣਾ। ਸੋ ਉਹ ਜਿਹੜਾ ਤਸੱਲੀ ਬਖਸ਼ ਬੀਜ ਮੈਂ ਕਹਿੰਦਾ ਵੀ ਸਾਡੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ ਅਸੀਂ ਵੱਡੇ ਪੱਧਰ ਦੇ ਉੱਤੇ ਗਾਜਰਾਂ ਦਾ ਬੀਜ ਇਹਨਾਂ ਸਾਰੀਆਂ ਕਿਸਮਾਂ ਦਾ ਹੀ ਅਸੀਂ ਤਿਆਰ ਕਰਦੇ ਹਾਂ। ਔਰ ਇਹ ਜਿਹੜਾ ਬੀਜ ਆ ਇਹ ਅਸੀਂ ਵੇਖੋ ਜਿਵੇਂ ਹੁਣ ਕਾਲੀ ਗਾਜਰ ਆ, ਇਹਦੀਆਂ ਵੀ ਅਸੀਂ ਇੱਦਾਂ ਕਿੱਟਾਂ ਬਣਾਉਂਦੇ ਆ। ਇਹ ਕਿੱਟਾਂ ਬਣਾਉਣੇ ਵੱਖ-ਵੱਖ ਤਰ੍ਹਾਂ ਦੀਆਂ 50 ਗ੍ਰਾਮ 100 ਗ੍ਰਾਮ ਜੇ ਵੱਡੇ ਪੱਧਰ ਤੇ ਲੈਣਾ ਤੇ ਉਹ ਵੀ ਆ। ਇਸੇ ਤਰ੍ਹਾਂ ਇਹ ਲਾਲ ਗਾਜਰ ਦੀਆਂ ਵੀ ਅਸੀਂ ਕਿੱਟਾਂ ਬਣਾ ਕੇ ਆਪਣੇ ਕਿਸਾਨ ਭਰਾਵਾਂ ਨੂੰ ਇਹ
ਦਿੰਦੇ ਆ। ਸੋ ਇਸ ਕਰਕੇ ਬੀਜ ਅਸੀਂ ਇਹਦੇ ਵਿੱਚ ਆਪਣੀ ਯੂਨੀਵਰਸਿਟੀ ਦੀ ਦੁਕਾਨ ਤੋਂ ਵੀ ਅਸੀਂ ਇਹ ਸਾਰਾ ਕੁਝ ਠੀਕ ਆ। ਇਸ ਤੋਂ ਇਲਾਵਾ ਜਿਹੜੇ ਆਪਣੇ ਯੂਨੀਵਰਸਿਟੀ ਦੇ ਸਾਰੇ ਕੇਂਦਰ ਆ, ਕ੍ਰਿਸ਼ੀ ਵਿਗਿਆਨ ਕੇਂਦਰ, ਖੋਜ ਕੇਂਦਰ ਜਾਂ ਸੀਡ ਫਾਰਮ ਆ, ਉੱਥੇ ਵੀ ਇਹ ਜਿਹੜੇ ਬੀਜ ਉਪਲਬਧ ਆ। ਇਹਦੇ ਕਿਸਾਨ ਵੀਰੋ ਆਪਣੇ ਜ਼ਿਲ੍ਹੇ ਦੇ ਵਿੱਚੋਂ ਵੀ ਇਹਨਾਂ ਦਾ ਬੀਜ ਜਿਹੜਾ ਪ੍ਰਾਪਤ ਕਰ ਸਕਦੇ ਆ। ਦੂਜੀ ਗੱਲ ਰਹੀ ਇਹਦੀ ਬਿਜਾਈ ਦੇ ਸਮੇਂ ਦੀ, ਜਿਹੜਾ ਇਹਦਾ ਲਾਲ ਗਾਜਰਾਂ ਦੀਆਂ ਜਿਹਨਾਂ ਦੀ ਬਿਜਾਈ ਦਾ ਜਿਹੜਾ ਸਮਾਂ ਵਾ ਅਗਸਤ, ਸਤੰਬਰ ਅਤੇ ਈਵਨ 15 ਅਕਤੂਬਰ ਤੱਕ ਦੀ ਵੀ ਜਿਹੜਾ ਇਹ ਬਹੁਤ ਇਹਨਾਂ ਦੀ ਬਿਜਾਈ ਵਾਸਤੇ ਢੁਕਵਾਂ ਸਮਾਂ ਆ। ਇਹਦੇ ਵਿੱਚ ਅਸੀਂ ਇਹਦੀ ਜਿਹੜੀ ਬਿਜਾਈ ਆ ਉਹ ਕਰ ਸਕਦੇ ਹਾਂ। ਤੇ ਬਿਜਾਈ ਕਰਨ ਵਾਸਤੇ ਜਿਹਦੇ ਛੋਟੇ ਪੱਧਰ ਦੇ ਉੱਤੇ ਅਸੀਂ ਇਹਨੇ ਵੀ ਬਿਜਾਈ ਕਰਨੀ ਆ, ਉਹਦੇ ਵਿੱਚ ਵਾਸਤੇ ਅਸੀਂ ਖੇਲਾਂ ਬਣਾ ਕੇ ਤਾਂ ਉਹਦੇ ਉੱਤੇ ਬਿਜਾਈ ਕਰ ਸਕਦੇ ਹਾਂ। ਬਿਜਾਈ ਇਹਦੀ ਹਮੇਸ਼ਾ ਵੱਟਾਂ 'ਤੇ ਕਰਨੀ ਚਾਹੀਦੀ, ਕਿਉਂਕਿ ਜ਼ਮੀਨ ਦੇ ਵਿੱਚ ਜੇ ਵੱਟਾਂ 'ਤੇ ਕਰਾਂਗੇ ਤਾਂ ਫਿਰ ਉਹਨੂੰ ਵਧਣ ਫੁੱਲਣ ਵਾਸਤੇ ਸਮਾਂ ਮਿਲ ਜਾਂਦਾ ਤੇ ਸਾਡੀ ਗਾਜਰਾਂ ਉਹਨਾਂ ਦਾ ਵਾਧਾ ਵੀ ਚੰਗਾ ਹੁੰਦਾ ਤੇ ਸਾਡਾ ਝਾੜ ਵੀ ਜ਼ਿਆਦਾ ਵੱਧਦਾ। ਪਰ ਵਪਾਰਕ ਪੱਧਰ ਦੇ ਉੱਤੇ ਜਦੋਂ ਸਾਡੇ ਕੁਝ ਕਿਸਾਨ ਭਰਾ ਗਾਜਰ ਦੀ ਕਾਸ਼ਤ ਜਿਹੜੀ ਵੱਡੇ ਪੱਧਰ ਦੇ ਉੱਤੇ ਕਰ ਰਹੇ ਆ, ਉਹ ਇੱਕ ਪਲਾਂਟਰ ਆ ਇਹਦਾ ਗਾਜਰਾਂ ਦੀ ਬਿਜਾਈ ਕਰਨ ਵਾਸਤੇ, ਮਸ਼ੀਨ ਆ ਬੀਜਣ ਵਾਸਤੇ। ਉਹ ਇੱਕ ਦੇ ਵਿੱਚ 2 ਬੈੱਡ ਬਣਾ ਕੇ ਤੇ ਉਹ ਬੈੱਡ ਦੇ ਉੱਤੇ 4 ਲਾਈਨਾਂ ਦੇ ਵਿੱਚ 8-8 ਸੈਂਟੀਮੀਟਰ ਦੇ ਉੱਤੇ ਗਾਜਰਾਂ ਦੀਆਂ ਜਿਹੜੀ ਉਹ ਬਿਜਾਈ ਕਰ ਦਿੰਦੀ ਤੇ ਤਕਰੀਬਨ ਉਹ 1.5 ਘੰਟੇ ਦੇ ਵਿੱਚ 1 ਏਕੜ ਦੀ 1.5-2 ਘੰਟਿਆਂ ਦੇ ਵਿੱਚ ਏਕੜ ਦੀ ਬਿਜਾਈ ਕਰ ਦਿੰਦੇ ਆ। ਸੋ ਮੈਂ ਸਮਝਦਾ ਵੀ ਇਹ ਗਾਜਰ ਦੀ ਜਿਹੜੀ ਇਸ ਵੇਲੇ ਜਿਹੜੀ ਇਹਦੀ ਖੇਤੀ ਆ, ਇਸੇ ਕਰਕੇ ਹੀ ਬੜੇ ਜ਼ੋਰਾਂ ਦੇ ਨਾਲ ਇਹਦੇ ਥੱਲੇ ਏਰੀਆ ਵੱਧ ਰਿਹਾ। ਕਿਉਂਕਿ ਜਿਵੇਂ ਕਣਕ ਝੋਨਾ ਦੇ ਵਿੱਚ ਆਪਾਂ ਕਹਿੰਦੇ ਸੀ ਵੀ ਮੈਕਨਾਈਜੇਸ਼ਨ ਆ, ਇਹਦੇ ਵਿੱਚ ਵੀ ਮੈਕਨਾਈਜੇਸ਼ਨ ਜਿਹੜੀ ਅਸੀਂ ਉਹ ਸਾਰੀ ਕਰ ਦਿੱਤੀ, ਉਹ ਆ ਚੁੱਕੀ ਆ। ਸੋ ਬੜੀ ਵਧੀਆ ਗੱਲ ਆ ਕਿ ਜਦੋਂ ਏਰੀਆ ਵਧੂਗਾ ਤੇ ਢਿੱਲੋਂ ਸਾਹਿਬ ਮੈਕਨਾਈਜੇਸ਼ਨ ਜਿਹੜੀ ਆ ਉਹ ਵੀ ਆ ਜਾਊਗਾ, ਵੱਖਰੀਆਂ ਮਸ਼ੀਨਰੀ ਵੀ ਜਿਹੜੀ ਆ ਉਹ ਇਹਦੇ ਵਿੱਚ ਆ ਜਾਊਗੀ। ਸੋ ਤੁਸੀਂ ਗੱਲ ਕੀਤੀ ਆ ਕਿ ਵੱਟਾਂ 'ਤੇ ਲਾਉਣ ਨਾਲ ਉਤਪਾਦਨ ਵੱਧਦਾ। ਸੋ ਡਾਕਟਰ ਸਾਹਿਬ ਆਮ ਹੀ ਇੱਕ ਧਾਰਨਾ ਬਣੀ ਹੋਈ ਆ ਵੀ ਖਾਦ ਤੇ ਇਹ ਤਾਂ ਪੈਂਦੀ ਹੋਈ ਸਿਰਫ ਕਣਕ ਝੋਨੇ ਨੂੰ ਆ, ਜਦੋਂ ਸਬਜ਼ੀਆਂ ਤੇ ਕੋਈ ਫਰੂਟ ਵਾ ਉਹਨੂੰ ਤਾਂ ਕੋਈ ਆਮ ਸਾਡੇ ਕਿਸਾਨ ਭਰਾ ਪਾਉਂਦੇ ਹੀ ਨਹੀਂ। ਜਦੋਂ ਆਪਾਂ ਖਾਦਾਂ ਦੀ ਗੱਲ ਕਰਨੀ ਹੋਵੇ ਤੇ ਤੁਸੀਂ ਕੀ ਰਿਕਮੈਂਡ ਕਰਦੇ ਹੋ, ਤੁਹਾਡੀ ਯੂਨੀਵਰਸਿਟੀ ਵੱਲੋਂ ਕੋਈ ਇਹੋ ਜਿਹੀ ਸਿਫਾਰਿਸ਼ ਹੋਵੇ ਜਿਹਦੇ ਨਾਲ ਕਿ ਕਿਸਾਨ ਜਿਹੜਾ ਹੈ ਉਹ ਵੱਧ ਪੈਦਾਵਾਰ ਜਿਹੜੀ ਆ ਉਹ ਖਾਦ ਪਾ ਕੇ ਲੈ ਲਵੇ? ਜਾਂ ਮੈਂ ਜੇ ਦੂਜੇ ਰੋਗ ਗੱਲ ਕਰਾਂ ਵੀ ਕੀ ਜਿਹੜਾ ਰੂੜੀ ਵਾਲੀ ਖਾਦ ਆ ਵੀ ਇਹਦਾ ਵੀ ਕੋਈ ਉਹਦੇ ਵਿੱਚ ਰੋਲ ਹੋ ਸਕਦਾ, ਇਹਦੇ ਬਾਰੇ ਸਾਡੇ ਕਿਸਾਨ ਭਰਾਵਾਂ ਨੂੰ ਜ਼ਰੂਰ ਦੱਸ ਦਿਓ। ਮੈਂ ਆਖਦਾ ਵੀ ਜਿਹੜੀ ਰੂੜੀ ਵਾਲੀ ਖਾਦ ਆ ਨਾ, ਤੇ ਜਾਂ ਦੂਜੀਆਂ ਜਿਹੜੀਆਂ ਸਾਰੀਆਂ ਖਾਦਾਂ ਸਮੇਂ ਦੇ ਨਾਲ ਤੇ ਸੰਤੁਲਿਤ ਮਾਤਰਾ ਦੇ ਵਿੱਚ ਪਾਉਣੀਆਂ ਕਿਸੇ ਵੀ ਇਹਨੂੰ ਗਾਜਰ ਦੀ, ਫਿਰ ਉਹਦਾ ਬਹੁਤ ਵੱਡਾ ਯੋਗਦਾਨ ਆ। ਸੋ ਗਾਜਰ ਦੀ ਵਧੀਆ ਫਸਲ ਲੈਣ ਵਾਸਤੇ ਸਾਨੂੰ 15 ਟਨ ਗਲੀ ਸੜੀ ਜਿਹੜੀ ਆ ਉਹ ਰੂੜੀ ਪਾਉਣੀ ਚਾਹੀਦੀ ਹੈ, ਜਿਹੜੀ 1 ਸਾਲ ਪੁਰਾਣੀ ਹੋਵੇ। ਇਸ ਤੋਂ ਇਲਾਵਾ ਇਹਦੇ ਗਾਜਰ ਦੇ ਵਿੱਚ ਨਾਈਟ੍ਰੋਜਨ ਖਾਦ ਜਿਹੜੀ ਆ ਉਹ 55 ਕਿਲੋ ਪਾਉਣੀ ਚਾਹੀਦੀ ਆ। 75 ਕਿਲੋ ਜਿਹੜੀ ਆ ਉਹ ਸਿੰਗਲ ਸੁਪਰ ਫਾਸਫੇਟ ਖਾਦ ਤੇ 50 ਕਿਲੋ ਜਿਹੜੀ ਆ ਮਰੇਟ ਆਫ ਪੋਟਾਸ਼ 1 ਏਕੜ ਵਾਸਤੇ ਪਾਉਣੀ ਚਾਹੀਦੀ ਆ। ਔਰ ਇਹ ਸਾਰੀਆਂ ਜਿਹੜੀਆਂ ਖਾਦਾਂ ਵਾ ਜਦੋਂ ਅਸੀਂ ਬਿਜਾਈ ਕਰਨੀ ਆ ਸਾਨੂੰ ਉਸੇ ਵੇਲੇ ਹੀ ਪਾ ਦੇਣੀਆਂ ਚਾਹੀਦੀਆਂ। ਤੇ ਕਦੀ ਵੀ ਜਿਹੜੀ ਇਹਦੇ ਵਿੱਚ ਮੈਂ ਪੋਟਾਸ਼ ਦੀ ਗੱਲ ਕੀਤੀ ਆ, ਪੋਟਾਸ਼ ਕਈ ਕਿਸਾਨ ਭਰਾ ਪੋਟਾਸ਼ ਖਾਦ ਨਹੀਂ ਪਾਉਂਦੇ, ਸੋ ਉਹ ਕਦੀ ਵੀ ਨਹੀਂ ਭੁੱਲਣੀ, ਉਹ ਜ਼ਰੂਰ ਪਾਉਣੀ ਚਾਹੀਦੀ ਆ ਕਿ ਜਿਹੜਾ ਗਾਜਰਾਂ ਦਾ ਰੰਗ ਬਣਨਾ ਉਹ ਪੋਟਾਸ਼ ਖਾਦ ਨੇ ਹੀ ਬਣਾਉਣਾ। ਸੋ ਇਸ ਕਰਕੇ ਇੱਕ ਤਾਂ ਉਹ ਜ਼ਰੂਰੀ ਪਾਉਣੀ ਆ ਤੇ ਨੰਬਰ 2 ਦੇ ਉੱਤੇ ਰੂੜੀ ਗਲੀ ਸੜੀ ਪਾਉਣੀ ਆ। ਜੇ ਕੱਚੀ ਰੂੜੀ ਪਾ ਦੋਗੇ ਤੇ ਉਹਦੇ ਨਾਲ ਗਾਜਰਾਂ ਦੇ ਵਿੱਚ ਤੁਹਾਨੂੰ ਬਿਮਾਰੀਆਂ ਵੀ ਆ ਜਾਣਗੀਆਂ ਤੇ ਕਈਆਂ ਨੂੰ ਤੇ ਜਦੋਂ ਦੇਖਿਆ ਨਾ ਵਾਲ ਜ਼ਿਆਦਾ ਆ ਜਾਂਦੇ ਆ, ਉਹ ਕੱਚੀ ਰੂੜੀ ਦਾ ਕਾਰਨ ਕਰਕੇ ਹੀ ਵਾਲ ਜਿਹੜੇ ਆ ਉਹ ਜ਼ਿਆਦਾ ਹੁੰਦੇ ਆ। ਸੋ ਇਸ ਤਰੀਕੇ ਨਾਲ ਅਸੀਂ ਇੰਨੀ ਕੁ ਖਾਦ ਪਾਈਏ ਤਾਂ ਵਧੀਆ ਤਰੀਕੇ ਦੇ ਨਾਲ ਅਸੀਂ ਉਪਜ ਲੈ ਸਕਦੇ। ਢਿੱਲੋਂ ਸਾਹਿਬ ਜਿਵੇਂ ਹਰ ਕਿਸਾਨ ਇਹ ਚਾਹੁੰਦਾ ਵਾ ਭਾਵੇਂ ਮੈਨੂੰ ਖਾਦ ਪਾਵਾਂ ਭਾਵੇਂ ਰੂੜੀ ਖਾਦ ਪਾਵਾਂ ਤੇ ਆ ਜਾ ਕੇ ਉਹਨੂੰ ਉਤਪਾਦਨ ਜਿਹੜਾ ਉਹ ਤੋਂ ਵਧੀਆ ਮਿਲੇ। ਸੋ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਪਾਣੀ ਦੀ ਤੇ ਸੁਭਾਵਿਕ ਹੈ ਕਿ ਪਾਣੀ ਤੇ ਹੁਣ ਬੜਾ ਵਡਮੁੱਲਾ ਹੋ ਚੁੱਕਾ ਤੇ ਇਹ ਕਿੰਨਾ ਕੁ ਪਾਣੀ ਇਹਨੂੰ ਲਾਉਣਾ ਚਾਹੀਦਾ ਵਾ ਜਾਂ ਕਿੰਨੇ ਪਾਣੀ ਕਹਿ ਦਿਓ ਲਾਉਣੇ ਚਾਹੀਦੇ ਆ ਜਿੱਡੀ ਵੀ ਲੰਬੀ ਫਸਲ ਹੈ ਉਹਦੇ ਮੁਤਾਬਕ, ਤਾਂ ਕਿ ਪੈਦਾਵਾਰ ਤੇ ਉਹਦਾ ਵਧਣ ਫੁੱਲਣ ਜਿਹੜਾ ਉਹ ਚੰਗਾ ਹੋ ਜੇ? ਇਹ ਰਿਆੜ ਸਾਹਿਬ ਤੁਸੀਂ ਦੱਸਿਆ ਵੀ ਪਾਣੀ ਇੱਕ ਬਹੁਤ ਹੀ ਵਡਮੁੱਲੀ ਦਾਤ ਆ, ਇਹਨੂੰ ਬੜਾ ਸਾਨੂੰ ਸੰਕੋਚ ਦੇ ਨਾਲ ਵਰਤਣਾ ਚਾਹੀਦਾ। ਸੋ ਗਾਜਰਾਂ ਦੇ ਵਿੱਚ ਮੈਂ ਦੇਖਦਾ ਵੀ ਇਹਦੇ ਵਿੱਚ ਇੱਕ ਤਾਂ ਜਿਹੜਾ ਪਹਿਲਾ ਪਾਣੀ ਲਾ ਕੇ ਵਧੀਆ ਤਰ-ਵੱਤਰ ਦੇ ਵਿੱਚ ਸਾਨੂੰ ਜਿਹੜੀ ਆ ਬਿਜਾਈ ਕਰਨੀ ਚਾਹੀਦੀ ਆ। ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜੇ ਆ 3 ਤੋਂ 4 ਪਾਣੀਆਂ ਦੀ ਲੋੜ ਪੈਂਦੀ ਆ,
ਕਿਉਂਕਿ ਜਦੋਂ ਇਹਦੇ ਥੋੜ੍ਹੇ ਜਿਹੇ ਪੱਤੇ ਦੱਸਣ ਵੀ ਥੋੜ੍ਹੇ ਕਮਲਾਉਣ ਦੇ ਹੋਣ, ਪਾਣੀ ਬਿਲਕੁਲ ਉਦੋਂ ਹੀ ਇਹਦੇ ਵਿੱਚ ਲਾਉਣਾ ਚਾਹੀਦਾ। ਹਾਂਜੀ। ਤੇ ਜੇ ਕਿਉਂਕਿ ਇਹ 80 ਤੋਂ 90 ਦਿਨ ਦੀ ਫਸਲ ਹੁੰਦੀ ਆ ਤੇ ਬਹੁਤ ਇੰਨੇ ਪਾਣੀਆਂ ਨਾਲ ਵਧੀਆ ਹੋ ਜਾਂਦੀ ਆ। ਜੇ ਅਸੀਂ ਲੋੜ ਤੋਂ ਵੱਧ ਪਾਣੀ ਲਾ ਦਿੰਦੇ ਆ ਤਾਂ ਉਹਦੇ ਨਾਲ ਇੱਕ ਤਾਂ ਸਾਡੀ ਗਾਜਰਾਂ ਦਾ ਰੰਗ ਨਹੀਂ ਬਣਦਾ, ਨੰਬਰ 2 ਦੇ ਉੱਤੇ ਉਹਦੇ ਵਿੱਚ ਜੇ ਕੋਈ ਆਪਾਂ ਕਹਿੰਦੇ ਨਾ ਵਾਲ ਉਹ ਆ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਵਾਧਾ ਆ ਉਹ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ। ਹਾਂ। ਤੇ ਡਾਕਟਰ ਸਾਹਿਬ ਜਿਵੇਂ ਵੇਖੋ ਆਲੂਆਂ ਦੀ ਗੱਲ ਕਰੀਏ ਤੇ ਉਹਦੇ ਵਾਸਤੇ ਬੜੇ ਪਲਾਂਟਰ ਆ ਗਏ ਆ, ਮਸ਼ੀਨਾਂ ਆ ਗਈਆਂ ਵਾ ਤੇ ਉਹਦੇ ਨਾਲ ਹੀ ਉਹ ਬਿਜਾਈ ਵੀ ਹੋ ਜਾਂਦੀ ਤੇ ਪਟਾਈ ਵੀ ਹੋ ਜਾਂਦੀ ਆ। ਕਿ ਇਹਦੇ ਵਿੱਚ ਜਦੋਂ ਗਾਜਰਾਂ ਦੀ ਗੱਲ ਕਰਦੇ ਆ ਇਹ ਹੁਣ ਲੰਬੀ ਹੁੰਦੀ ਮੂਲੀ ਟਾਈਪ, ਤੇ ਕੋਈ ਇਹਦੇ ਵਾਸਤੇ ਵੀ ਮਸ਼ੀਨ ਜਾਂ ਦੂਸਰੀ ਗੱਲ ਜੇ ਮੈਂ ਕਹਾਂ ਵੀ ਪਟਾਈ ਜਿਹੜੀ ਆ ਗਾਜਰ ਦੀ ਉਹ ਕਦੋਂ ਕੁ ਤੱਕ ਕਰ ਲੈਣੀ ਚਾਹੀਦੀ ਆ? ਕਿਉਂਕਿ ਉੱਪਰ ਤੇ ਇਹਦੇ ਪੱਤੇ ਹੁੰਦੇ ਆ, ਪੱਤਿਆਂ ਤੋਂ ਕਿੱਦਾਂ ਪਤਾ ਲੱਗੇ ਵੀ ਇਹ ਐਡੀ ਲੰਬੀ ਹੋ ਗਈ ਆ ਜਾਂ ਇਹ ਪੁੱਟਣ ਯੋਗ ਹੋ ਗਈ ਆ? ਤਾਂ ਹੀ ਫਿਰ ਕਈ ਵਾਰ ਕੀ ਹੁੰਦਾ ਕਿ ਉਤੋਂ ਉਹਨੂੰ ਪੁੱਟੀ ਦਾ ਤੇ ਗਾਜਰ ਵਿੱਚੋਂ ਨਿੱਕੀ ਜਿਹੀ ਨਿਕਲਦੀ ਆ। ਕੋਈ ਇਹਦੇ ਬਾਰੇ ਕੋਈ ਪੈਰਾਮੀਟਰ ਯੂਨੀਵਰਸਿਟੀ ਨੇ ਜਾਂ ਸਿਫਾਰਿਸ਼ ਕੀਤੀ ਹੋਵੇ ਉਹ ਵੀ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੇ ਕਰਦੇ। ਰਿਆੜ ਸਾਹਿਬ ਇੱਕ ਤਾਂ ਇਹ ਆ ਵੀ ਜਦੋਂ ਆਪਾਂ ਗਾਜਰ ਦੀ ਬਿਜਾਈ ਕਰਨੀ ਆ ਉਦੋਂ ਬਾਅਦ ਇਹ ਦੇਖਣਾ ਵਾ ਵੀ ਉਹਨੂੰ ਬਹੁਤਾ ਆਪਾਂ ਸੰਘਣੀ ਨਹੀਂ ਬੀਜਣਾ। ਜੇ ਅਸੀਂ ਸੰਘਣੀ ਬੀਜ ਦਾਂਗੇ ਤਾਂ ਫਿਰ ਜਿਵੇਂ ਤੁਸੀਂ ਕਿਹਾ ਵੀ ਜਦੋਂ ਪੁੱਟ ਕੇ ਵੇਖਦੇ ਆ ਤੇ ਥੱਲੇ ਗਾਜਰ ਨਹੀਂ ਬਣਦੀ, ਉਹ ਵਾਲਾਂ ਵਾਂਗ ਰਹਿ ਜਾਂਦੀ ਆ। ਤਕਰੀਬਨ 7.5 ਸੈਂਟੀਮੀਟਰ ਦਾ ਉਹਦਾ ਜਿਹੜਾ ਫਾਸਲਾ ਵਾ ਇੱਕ ਗਾਜਰ ਤੋਂ ਦੂਜੀ ਗਾਜਰ ਦਾ ਜਿਹੜਾ ਰੱਖਾ ਕਰਨਾ, ਉਹ ਫਾਸਲਾ ਬਿਜਾਈ ਤੋਂ ਬਾਅਦ ਅਸੀਂ ਉਹ 'ਚ ਥਿਨਿੰਗ ਕਰ ਦਿੰਦੇ, ਉਹਨੂੰ ਵਿਰਲਾ ਕਰਕੇ ਕਰ ਸਕਦੇ ਹਾਂ। ਦੂਜਾ ਵੱਖ-ਵੱਖ ਸਮੇਂ ਦੇ ਵਿੱਚ ਫਿਰ ਜਦੋਂ ਪੱਟਣ ਦੇ ਨੇੜੇ ਆ ਜਾਂਦੀਆਂ ਆਪਾਂ ਥੋੜ੍ਹੀਆਂ ਥਾਂ ਦੇ ਉੱਤੇ ਇੱਕ ਸੈਂਪਲ 'ਚੋਂ ਗਾਜਰ ਪੁੱਟ ਕੇ ਵੇਖ ਲੈਂਦੇ ਆ ਵੀ ਇਹਦਾ ਕਿੱਡਾ ਕੁ ਸਾਈਜ਼ ਬਣਿਆ, ਹੁਣ ਪੁੱਟਣ ਯੋਗ ਹੋ ਗਈ ਆ। ਤੇ ਜੇ ਉਹਦੇ ਆਧਾਰ ਦੇ ਉੱਤੇ ਵੱਖ-ਵੱਖ ਜਿਹੜੀਆਂ ਸਾਡੀਆਂ ਕਿਸਮਾਂ ਆ ਇਹ ਤਕਰੀਬਨ 80 ਤੋਂ ਲੈ ਕੇ 90-95 ਦਿਨਾਂ ਦੇ ਵਿੱਚ ਪੁੱਟਣ ਯੋਗ ਹੋ ਜਾਂਦੀ। ਤੇ ਉਹ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਪੁੱਟਣ ਯੋਗ ਹੋ ਗਈ ਆ, ਫਿਰ ਇਹਦੇ ਵਾਸਤੇ ਇੱਕ ਅਸੀਂ ਮਸ਼ੀਨ ਬਣਾਈ ਆ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਨਾਲ ਰਲ ਕੇ। ਉਹਦੇ ਨਾਲ ਅਸੀਂ ਮਸ਼ੀਨ ਦੇ ਨਾਲ ਗਾਜਰਾਂ ਜਿਹੜੀਆਂ ਉਹ ਬਲੇਟ ਹੁੰਦਾ, ਜਦੋਂ ਵੱਟਾਂ ਦੇ ਥੱਲਿਓਂ ਦੀ ਆਪਾਂ ਇੱਕ ਬਲੇਟ ਟਰੈਕਟਰ ਦੇ ਮਗਰ ਪਾ ਕੇ ਨਿਗਾਹ ਦਈਏ ਤੇ ਉਹਦੇ ਨਾਲ ਥੱਲਿਓਂ ਜਿਹੜੀਆਂ ਸਾਡੀਆਂ ਗਾਜਰਾਂ ਉਹ ਸਾਰੀਆਂ ਪੁੱਟੀਆਂ ਜਾਂਦੀਆਂ ਤੇ ਉੱਤੋਂ ਅਸੀਂ ਫਿਰ ਲੇਬਰ ਦੇ ਨਾਲ ਫੜ ਕੇ ਉਹਨਾਂ ਨੂੰ ਵੱਖ ਕਰਕੇ ਤਾਂ ਉਹ ਕਰ ਸਕਦੇ ਹਾਂ। ਇੱਕ ਤਾਂ ਉਹ ਪਟਾਈ ਹੋ ਗਈ। ਇਸ ਤੋਂ ਬਾਅਦ ਮੈਂ ਹੋਰ ਵੀ ਗੱਲ ਕਰੂੰਗਾ ਵੀ ਗਾਜਰਾਂ ਦੇ ਵਿੱਚ ਤੇ ਧੂਣ ਦਾ ਬਹੁਤ ਵੱਡਾ ਕੰਮ ਹੁੰਦਾ, ਕਿਉਂਕਿ ਜਦੋਂ ਵਪਾਰਕ ਪੱਧਰ ਤੇ ਮੰਡੀ 'ਚ ਲੈ ਕੇ ਜਾਣੀ ਆ ਨਾ ਉਹਦੀ ਧੁਲਾਈ ਕਰਕੇ ਚੰਗੀ ਤਰ੍ਹਾਂ ਸਾਫ਼ ਸੁਥਰੇ ਪਾਣੀ ਨਾਲ ਕਰਕੇ ਬਹੁਤ ਜ਼ਰੂਰੀ ਆ। ਉਹਦੇ ਵਾਸਤੇ ਵੀ ਅਸੀਂ ਮਸ਼ੀਨ ਦੇ ਦਿੱਤੀ ਆ। ਗਾਜਰਾਂ ਪੁੱਟ ਕੇ ਤੇ ਧੂਣ ਉਹਦੇ ਵਿੱਚ ਮਸ਼ੀਨ ਦੇ ਵਿੱਚ ਧੁਲਾਈ ਕਰਕੇ ਤਾਂ ਅਸੀਂ ਮੰਡੀ ਦੇ ਵਿੱਚ ਖੜ ਸਕਦੇ ਹਾਂ, ਜਿਹਦੇ ਵਿੱਚ ਸਾਡਾ ਲੇਬਰ ਦੀ ਬਹੁਤ ਵੱਡੀ ਬਚਤ ਹੁੰਦੀ। ਇੱਕ ਨਾ ਤੁਸੀਂ ਵਿੱਚ ਗੱਲ ਕੀਤੀ, ਨਾਰਮਲੀ ਵੇਖੋ ਅਸੀਂ ਤਾਂ ਜਿਹੜੀਆਂ ਮੰਡੀ ਦੇ ਵਿੱਚ ਗਾਜਰਾਂ ਵੇਖੀਆਂ ਲਾਲ, ਠੀਕ ਆ ਜੀ, ਤੇ ਉਹਨੂੰ ਵੇਖ ਕੇ ਅਸੀਂ ਕਹਿ ਦਿੰਦੇ ਵੀ ਬੱਲੇ ਬਹੁਤ ਵਧੀਆ ਗਾਜਰ ਆ। ਇੱਕ ਹੁਣ ਤੁਸੀਂ ਗੱਲ ਕੀਤੀ ਸੀਗੀ ਵੀ ਬਲੈਕ ਗਾਜਰ ਯਾਨੀ ਕਾਲੀ ਗਾਜਰ, ਤੇ ਉਹਦੇ ਤੁਸੀਂ ਫਾਇਦੇ ਵੀ ਬਹੁਤ ਜ਼ਿਆਦਾ ਦੱਸੇ ਆ। ਉਹਦੇ ਬਾਰੇ ਸਾਡੇ ਕਿਸਾਨ ਭਰਾਵਾਂ ਨੂੰ ਜ਼ਰੂਰ ਦੱਸੋ। ਤੇ ਦੂਸਰਾ ਕਿ ਦੂਸਰੀ ਗਾਜਰ ਨਾਲੋਂ ਇਹਦਾ ਬੀਜ ਜਿਹੜਾ ਵਾ ਵੱਖਰਾ ਵਾ, ਤੇ ਇਹ ਜੇ ਹੁਣ ਕਾਲੀ ਗਾਜਰ ਦਾ ਬੀਜ ਲੈਣਾ ਤੇ ਕਿੱਥੋਂ ਮਿਲਣਾ ਚਾਹੀਦਾ ਵਾ? ਕਿਉਂਕਿ ਇਹ ਜਿੰਨੇ ਤੁਸੀਂ ਉਹਦੇ ਗੁਣ ਦੱਸੇ ਐ ਤੇ ਮੈਂ ਸਮਝਣਾ ਵੀ ਹਰ ਕੋਈ ਬੰਦਾ ਕਹੂਗਾ ਵੀ ਮੈਂ ਆਪਣੇ ਘਰ ਕਾਲੀ ਗਾਜਰ ਤੇ ਲਾਉਣੀ ਆ। ਸੋ ਇਹਦੇ ਬਾਰੇ ਥੋੜਾ ਜਿਹਾ ਡਿਟੇਲ 'ਚ ਸਾਨੂੰ ਦੱਸ ਦਿਓ ਕਾਲੀ ਗਾਜਰ ਬਾਰੇ। ਇਹ ਡਾਕਟਰ ਸਾਹਿਬ ਜਿਹੜੀ ਮੈਂ ਕਹੂੰਗਾ ਵੀ ਜਿਹੜੀ ਕਾਲੀ ਗਾਜਰ ਆ ਨਾ ਉਹ ਇੱਕ ਸਿਹਤ ਵਾਸਤੇ ਵਰਦਾਨ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਦੇ ਵਿੱਚ ਗੁਣ ਆ ਇਹ ਗੁਣਾਂ ਦੀ ਗੁਥਲੀ ਆ। ਸੋ ਇਹ ਜਿਹੜਾ ਕਾਲੀ ਗਾਜਰ ਦਾ ਜਿਹੜਾ ਬੀਜ ਆ ਉਹ ਵੀ ਅਸੀਂ ਯੂਨੀਵਰਸਿਟੀ ਵੱਡੇ ਪੱਧਰ ਦੇ ਉੱਤੇ ਤਿਆਰ ਕਰਦੇ ਹਾਂ। ਸਾਡੀ ਸੀਡ ਸ਼ਾਪ 'ਤੇ ਵੀ ਤੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਸਾਰਿਆਂ ਦੇ ਥਾਵਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਪੈਕਟ ਜਿਹੜੇ ਆ ਸਾਡੇ ਉਪਲਬਧ ਆ, ਇਹਦੇ ਵਿੱਚੋਂ ਅਸੀਂ ਜ਼ਿਮੀਂਦਾਰ ਲੈ ਸਕਦੇ ਆ। ਦੂਸਰਾ ਇਹਦੇ ਬੀਜ ਦੀ ਗੱਲ ਰਹੀ, ਜਿਹੜਾ ਇਹਦਾ ਬੀਜ ਆ ਉਹ ਖੁਦ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਬਣ ਜਾਂਦਾ। ਜਿਹੜਾ ਬੀਜ ਹੁੰਦਾ ਉਹ ਇਹਦੇ ਵਿੱਚ ਵੱਖ-ਵੱਖ ਜਿਹੜੀ ਕੁਆਲਿਟੀ ਇਹਦੇ ਗੁਣ ਹੋ ਰਿਹਾ, ਲਾਲ ਗਾਜਰ ਦੇ ਗੁਣ ਹੋ ਰਿਹਾ, ਪੀਲੀ ਦੇ ਵਿੱਚ ਗੁਣ ਹੋ ਰਿਹਾ। ਸੋ ਇਹ ਮੈਂ ਦੱਸਣਾ ਚਾਹਾਂਗਾ ਕਿਸਾਨ ਭਰਾਵਾਂ ਨੂੰ ਵੀ ਇਹਦੇ ਫਾਇਦੇ ਬਹੁਤ ਆ। ਸੋ ਇਸ ਕਰਕੇ ਨੰਬਰ 1 ਤੇ ਫਾਇਦਿਆਂ ਦੇ ਵਿੱਚੋਂ ਤਾਂ ਮੈਂ ਦੱਸਿਆ ਸੀ ਵੀ ਲੋਹੇ ਦੀ ਮਾਤਰਾ ਬਹੁਤ ਵੱਡੀ ਜ਼ਿਆਦਾ ਇਹਦੇ ਵਿੱਚ ਹੁੰਦੀ ਆ, ਜਿਹਦੇ ਕਰਕੇ ਸਾਡੀ ਲੋਹੇ ਦੀ ਕਮੀ ਨੂੰ ਦੂਰ ਕਰਦੀ ਆ, ਜਿਹਦੇ ਨਾਲ ਸਾਡੀ ਖੂਨ ਦੀ ਸਾਡੀ ਕਮੀ ਨਹੀਂ ਆਉਂਦੀ ਤੇ ਅਸੀਂ ਅਨੀਮੇ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ। ਨੰਬਰ 2 ਦੇ ਉੱਤੇ ਮੈਂ ਕਿਹਾ ਸੀਗਾ ਵੀ ਐਂਥੋਸਾਇਨਨ ਪਿਗਮੈਂਟ ਤੇ ਫਿਨੋਲਸ ਜਿਹੜੇ ਹੁੰਦੇ ਆ ਉਹ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੁੰਦੇ ਆ, ਜਿਹੜੇ ਸਾਡੇ ਪਾਏ ਜਾਂਦੇ ਆ, ਜਿਹੜੇ ਸਾਡੇ ਸਰੀਰ ਦੇ ਵਿੱਚ ਸਾਡੇ ਸਰੀਰ ਨੂੰ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਆ ਤੇ ਈਵਨ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਯੋਗਤਾ ਵਧਾਉਂਦੇ ਆ, ਜੇ ਅਸੀਂ ਗਾਜਰ ਨੂੰ ਲਗਾਤਾਰ ਆਪਣੇ ਭੋਜਨ ਦੇ ਵਿੱਚ ਵਰਤਦੇ ਆ ਰੱਖੀਏ। ਤੇ ਰੱਖਣ ਵਾਸਤੇ ਮੈਂ ਨਾ ਵੀ ਇਹ ਜਿਹੜੀ ਕਾਲੀ ਗਾਜਰ ਆ
ਇਹਦਾ ਆਪਾਂ ਸਲਾਦ ਖਾ ਸਕਦੇ ਹਾਂ, ਇਹਦਾ ਆਪਾਂ ਜੂਸ ਬਣਾ ਸਕਦੇ ਹਾਂ, ਇਹਦੀ ਸਬਜ਼ੀ ਵੀ ਬਣਾ ਸਕਦੇ ਹਾਂ। ਹੋਰ ਤਰ੍ਹਾਂ ਦਾ ਜਦੋਂ ਇਹਦਾ ਸੀਜ਼ਨ ਖਤਮ ਹੁੰਦਾ ਉਦੋਂ ਆਪਾਂ ਇਹਦਾ ਅਚਾਰ ਬਣਾ ਸਕਦੇ ਹਾਂ। ਅਤੇ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਆ ਵੀ ਇਹ ਜਦੋਂ ਫਰਵਰੀ ਮਾਰਚ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਿਆਲ ਦੇ ਵਿੱਚ ਕਈ ਵਾਰ ਆਪਾਂ ਬੜੀ ਹੈਵੀ ਡਾਈਟ ਭੋਜਨ ਖਾ ਲੈਂਦੇ ਹਾਂ ਅਤੇ ਸਰੀਰ ਥੋੜ੍ਹਾ ਜਿਹਾ ਆਪਣਾ ਮੋਟਾ ਹੋ ਜਾਂਦਾ। ਅਤੇ ਉਸ ਟਾਈਮ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਇਹਦੀ ਅਸੀਂ ਕਾਂਜੀ ਜਿਹੜੀ ਬਣਾ ਕੇ ਪੀਏ ਅਤੇ ਕਾਂਜੀ ਦੇ ਨਾਲ ਸਾਡੇ ਜਿਹੜੀ ਆ ਮੋਟਾਪੇਪਣ ਨੂੰ ਇਹ ਸਾਰੇ ਨੂੰ ਖਤਮ ਕਰ ਦਿੰਦੀ। ਸੋ ਇਹਦੇ ਬਹੁਤ ਹੀ ਵਿਲੱਖਣ ਗੁਣ ਆ। ਅਤੇ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਇਹ ਜਿਹੜੀ ਕਾਲੀ ਗਾਜਰ ਹੈ ਇਹਨੂੰ ਆਪਣੇ ਘਰੇਲੂ ਬਗੀਚੀ ਦੇ ਵਿੱਚ ਇਹਨੂੰ ਘਰੇਲੂ ਬਗੀਚੀ ਦੇ ਵਿੱਚ ਬਹੁਤ ਵਧੀਆ ਸਮਾਂ ਵਾ ਲਾਉਣ ਦਾ। ਅਤੇ ਜੇ ਤੁਸੀਂ ਇੱਕ ਮਰਲੇ ਦੇ ਵਿੱਚ ਇਹਨੂੰ ਕਿਚਨ ਗਾਰਡਨ ਦੇ ਵਿੱਚ ਲਾ ਲੈਂਦੇ ਹੋ ਅਤੇ ਲਗਾਤਾਰ ਇਹਦੀ ਇਸ ਤਰੀਕੇ ਦੇ ਨਾਲ ਵਰਤੋਂ ਕਰਦੇ ਹੋ, ਅਤੇ ਮੈਂ ਸਮਝਦਾ ਵੀ ਜਿੱਥੇ ਸਾਨੂੰ ਅਸੀਂ ਕਹਿੰਦੇ ਆ ਵੀ ਲੋਹੇ ਦੀ ਘਾਟ ਆ ਗਈ ਆ, ਗੌਰਮੈਂਟ ਉਹਦੇ ਵਾਸਤੇ ਸਾਨੂੰ ਪਿਲਸ ਦੇ ਰਹੀ ਆ ਘਾਟ ਨੂੰ ਪੂਰਾ ਕਰਨ ਵਾਸਤੇ, ਉਹ ਅਸੀਂ ਘਰੇ ਬੈਠੇ ਹੀ ਇਹਦੇ ਵਿੱਚੋਂ ਖਾ ਕੇ ਆਪਣੇ ਵਰਤੋਂ ਕਰਕੇ ਆਪਣੇ ਘਰ ਦੇ ਵਿੱਚ ਅਤੇ ਲੋਹੇ ਦੀ ਘਾਟ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਅਤੇ ਆਪਣੀ ਸਿਹਤ ਵੀ ਚੰਗੀ ਨਰੋਈ ਰੱਖ ਸਕਦੇ ਹਾਂ। ਅਤੇ ਆਪਣੇ ਜਿਹੜਾ ਬਜਟ ਆ ਸਬਜ਼ੀ ਖਰੀਦ ਕੇ ਜਾਂ ਹੋਰ ਸਬਜ਼ੀਆਂ ਇਹਦੇ ਨਾਲ ਦੀਆਂ ਖਾਸ ਕਰਕੇ ਇਹ ਖਰੀਦਦੇ ਹਾਂ, ਉਹਨਾਂ ਤੋਂ ਆਪਣਾ ਜਿਹੜਾ ਵਾ ਉਹ ਪੈਸਾ ਦੀ ਬਚਤ ਵੀ ਕਰ ਸਕਦੇ। ਕਈ ਵਾਰ ਕਿਸਾਨ ਭਰਾ ਕੀ ਕਰਦੇ ਆ ਵੀ ਜ਼ਿਆਦੇ ਲੋਕ ਜਿਹੜੇ ਆ ਜ਼ਿਆਦੇ ਕਿਸਾਨ ਜਿਹੜੇ ਆ ਉਹ ਫਿਰ ਗਾਜਰਾਂ ਦੇ ਪਿੱਛੇ ਹੀ ਪੈ ਜਾਂਦੇ ਆ। ਅੱਛਾ, ਉਹ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਸਰਪਲਸ ਆ ਜਾਂਦਾ ਹੈ ਅਤੇ ਮਾਰਕੀਟ ਦਾ ਰੇਟ ਜਿਹੜਾ ਵਾ ਗਾਜਰਾਂ ਦਾ ਉਹਦੇ ਵਿੱਚ ਉਹ ਡਾਊਨ ਹੋ ਜਾਂਦਾ। ਕੋਈ ਇਹੋ ਜਿਹਾ ਵੀ ਤੁਸੀਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਕੀਤੀਆਂ ਨੇ ਕਿ ਜਿਹਦੇ ਵਿੱਚ ਜਦੋਂ ਮਾਰਕੀਟ ਦੇ ਵਿੱਚ ਇਹਦਾ ਰੇਟ ਘਟ ਜੇ ਅਤੇ ਉਦੋਂ ਆਪਾਂ ਲੈ ਕੇ ਅਤੇ ਇਹਦੀ ਪ੍ਰੋਸੈਸਿੰਗ ਕਰ ਲਈਏ? ਪ੍ਰੋਸੈਸਿੰਗ ਕਰਨ ਦਾ ਕਹਿਣ ਦਾ ਭਾਵ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਵੀ ਇਹਦੇ ਜੂਸ ਬੜਾ ਸਵਾਦ ਆ, ਕੋਈ ਇਹੋ ਜਿਹੀਆਂ ਵੈਰਾਈਟੀਆਂ ਤੁਸੀਂ ਕੱਢੀਆਂ ਜਿਹਦੇ ਨਾਲ ਮਲਟੀਪਲ ਬਹੁਤ ਤਰ੍ਹਾਂ ਦੀਆਂ ਆਈਟਮਾਂ ਤੁਸੀਂ ਜਿਹੜੀਆਂ ਡੱਬਾਬੰਦੀ ਟਾਈਪ ਬਣਾ ਲਓ? ਇਹਦੇ ਬਾਰੇ ਜ਼ਰੂਰ ਦੱਸ ਦਿਓ। ਸੋ ਇਹਦੇ ਬਾਰੇ ਮੈਂ ਕਿਸਾਨ ਭਰਾਵਾਂ ਨੂੰ ਇਹੋ ਹੀ ਕਹਿਣਾ ਵੀ ਇਹ ਆਮ ਸਮੱਸਿਆ ਆ ਜਾਂਦੀ ਆ ਜਦੋਂ ਮੇਨ ਸੀਜ਼ਨ ਹੁੰਦਾ, ਮਾਰਕੀਟ ਦੇ ਵਿੱਚ ਗਲਤ ਹੋਣ ਕਰਕੇ ਰੇਟ ਡਿੱਗ ਪੈਂਦਾ। ਸੋ ਉਹਦੇ ਵਾਸਤੇ ਅਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਹੀ ਇਹਦੀ ਬੈਵਰੇਜ ਬਣਾਉਣ ਦੀ ਅਸੀਂ ਪੇਅ ਪਦਾਰਥ ਕਹਿੰਦੇ ਆ, ਗਾਜਰ ਦਾ ਅਤੇ ਆਮਲੇ ਦਾ ਜਿਹੜਾ ਮਿਕਸਚਰ ਬਣਾ ਕੇ ਇੱਕ ਅਸੀਂ ਪੇਅ ਪਦਾਰਥ ਇਹਦਾ ਇੱਕ ਜੂਸ ਬਣਾਇਆ ਵਾ। ਉਹਦੇ ਨਾਲ ਅਸੀਂ 3 ਮਹੀਨੇ ਉਹਨੂੰ ਜਿਹੜਾ ਵਾ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ। ਉਹਨੂੰ ਜਿਹੜਾ ਇਹਦੇ ਚੋਂ ਅਸੀਂ ਉਹ ਪੇਅ ਪਦਾਰਥ ਬਣਾਇਆ ਤਾਂ ਉਹ ਉਸ ਗਲਟ ਦੇ ਸਮੇਂ ਦੇ ਵਿੱਚ ਜੇ ਗਾਜਰਾਂ ਆ ਗਈਆਂ ਤਾਂ ਆਪਾਂ ਇਸ ਤਰੀਕੇ ਨਾਲ ਵਰਤੋਂ ਕਰਕੇ ਉਹਨੂੰ ਜਿਹੜਾ ਵਾ ਠੀਕ ਕਰ ਸਕਦੇ ਹਾਂ। ਇਸ ਤੋਂ ਇਲਾਵਾ ਉਸ ਮੌਸਮ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜਾ ਵਾ ਜੂਸ ਬਣਾ ਕੇ ਇਸ ਤਰੀਕੇ ਦੇ ਨਾਲ ਵਰਤੋਂ ਕਰਨੀ ਚਾਹੀਦੀ ਆ। ਫਿਰ ਜਿਵੇਂ ਮੈਂ ਵੱਖ-ਵੱਖ ਕਿਸਮ ਦੀਆਂ ਗਾਜਰਾਂ ਕਹੀਆਂ, ਇਹਨਾਂ ਦਾ ਆਪਾਂ ਉਸ ਮੌਸਮ ਦੇ ਵਿੱਚ ਅਚਾਰ ਬਣਾ ਕੇ ਰੱਖ ਸਕਦੇ ਹਾਂ ਕਿ ਜਦੋਂ ਖਤਮ ਹੋਣੀਆਂ ਉਸ ਤੋਂ ਬਾਅਦ ਆਪਾਂ ਲੰਮੇ ਸਮੇਂ ਤੱਕ ਇਹਦਾ ਅਚਾਰ ਬਣਾ ਕੇ ਖਾਈਏ। ਅਤੇ ਹੋਰ ਇਹਦੇ ਨਾਲ ਮੈਂ ਦੇਖਿਆ ਵਾ ਵੀ ਇਹ ਗਾਜਰ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਪਰ ਫੂਡ ਬਣ ਸਕਦਾ, ਕਿਉਂਕਿ ਜਿੰਨੇ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗੁਣ ਆ ਅਤੇ ਇਹਨਾਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਜਾਂ ਆਪਾਂ ਸਲਾਦ ਦੇ ਤੌਰ ਦੇ ਉੱਤੇ ਬੱਚਿਆਂ ਨੂੰ ਟਿਫਨ ਦੇ ਵਿੱਚ ਆਪਣੇ ਭੋਜਨ ਵਾਸਤੇ ਦੇ ਸਕਦੇ ਹਾਂ। ਬੜੀ ਵਧੀਆ ਗੱਲ ਢਿੱਲੋਂ ਸਾਹਿਬ ਜਿਹੜੀ ਤੁਸੀਂ ਕਰ ਰਹੇ ਹੋ ਕਿ ਗਾਜਰ ਦੇ ਫਾਇਦੇ ਹੀ ਫਾਇਦੇ ਆ, ਨੁਕਸਾਨ ਇਹਦਾ ਕੋਈ ਨਹੀਂ ਗਾ। ਸੋ ਆਸ ਕਰਦੇ ਹਾਂ ਕਿ ਕਿਸਾਨ ਭਰਾਵੋ ਤੁਸੀਂ ਜ਼ਰੂਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਕੀਤੀਆਂ ਸਿਫਾਰਸ਼ਾਂ ਸਬਜ਼ੀ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗਾਜਰਾਂ ਦਾ ਬੀਜ ਲਓਗੇ ਔਰ ਹਰ ਘਰ ਦੇ ਵਿੱਚ ਘਰੇਲੂ ਬਗੀਚੀ ਦੇ ਵਿੱਚ ਗਾਜਰਾਂ ਦੀ ਜਿਹੜੀ ਆ ਉਹ ਕਾਸ਼ਤ ਕਰੋਗੇ ਔਰ ਚੰਗਾ ਤੇ ਚੋਖਾ ਜਿਹੜਾ ਮੁਨਾਫਾ ਕਮਾਓਗੇ। ਸੋ ਡਾਕਟਰ ਢਿੱਲੋਂ ਸਾਹਿਬ ਸਾਡੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।